हाँ जी, गुड मॉर्निंग स्टूडेंट्स। ਅਸੀਂ ਕਰ ਰਹੇ ਸੀ ਕਿ ਮੁਗਲ ਅਫਗਾਨ ਸੰਘਰਸ਼ 1526 ਈਸਵੀ ਤੋਂ ਲੈ ਕੇ 1556 ਈਸਵੀ ਦੇ ਵਿੱਚ। ਤਾਂ ਅਸੀਂ ਅੱਜ ਕਰਾਂਗੇ ਕਿ ਸ਼ੇਰ ਸ਼ਾਹ ਸੂਰੀ ਬਾਰੇ ਗੱਲ। ਜੋ ਸ਼ੇਰ ਸ਼ਾਹ ਸੂਰੀ ਹੈ ਉਸਦਾ ਬਚਪਨ ਦਾ ਨਾਂ ਫਰੀਦ ਖਾਂ ਸੀ। ਬਚਪਨ ਦੇ ਵਿੱਚ ਅਜੇ ਫਰੀਦ ਛੋਟਾ ਸੀ ਤਾਂ ਉਸਦਾ ਜੋ ਪਿਤਾ ਸੀ ਉਹ ਪੰਜਾਬ ਛੱਡ ਕੇ ਬਿਹਾਰ ਵਿੱਚ ਚਲਾ ਗਿਆ ਸੀ ਅਤੇ ਉੱਥੇ ਉਸਦੇ ਜੋ ਸਵਾਮੀ ਸੀ ਜਮਾਲ ਖਾਂ, ਉਸ ਦੇ ਕਹਿਣ 'ਤੇ ਜੋ ਸੁਲਤਾਨ ਸਿਕੰਦਰ ਲੋਧੀ ਨੇ ਉਸ ਦੇ ਨਾਂ 'ਤੇ ਖਵਾਸਪੁਰ, ਸ਼ਸ਼ਰਾਮ ਅਤੇ ਟਾਂਡਾ ਦੀਆਂ ਜਗੀਰਾਂ ਜਿਹੜੀਆਂ ਉਹ ਲਗਵਾ ਦਿੱਤੀਆਂ ਸੀ। ਇਸ ਲਈ ਜੋ ਫਰੀਦ ਹੈ ਉਸ ਨੇ ਆਪਣਾ ਬਚਪਨ ਦਾ ਜਿਹੜੇ ਕਾਫੀ ਸਾਲ ਸੀ ਉਹ ਸ਼ਸ਼ਰਾਮ ਵਿੱਚ ਬਤੀਤ ਕੀਤੇ ਸੀ। ਤਾਂ ਜੋ ਫਰੀਦ ਹੈ ਉਸਨੇ 1497 ਈਸਵੀ ਤੋਂ ਲੈ ਕੇ 1518 ਈਸਵੀ ਤੱਕ ਸਸਰਾਮ, ਖਵਾਸਪੁਰ ਅਤੇ ਟਾਂਡਾ ਇਹਨਾਂ ਦੀਆਂ ਜੰਗੀਰਾਂ ਦਾ ਬੜੀ ਯੋਗਤਾ ਨਾਲ ਪ੍ਰਬੰਧ ਕੀਤਾ ਸੀ। ਜ਼ਮੀਨਾਂ ਨੂੰ ਮਾਪਿਆ ਗਿਆ ਸੀ ਅਤੇ ਉਪਜ ਸੀ ਜਿਹੜੀ ਉਸਦੀ ਠੀਕ ਤਰ੍ਹਾਂ ਜਿਹੜੀ ਜਾਂਚ ਪੜਤਾਲ ਕੀਤੀ ਗਈ ਸੀ। ਜੋ ਸਰਕਾਰੀ ਕਰਮਚਾਰੀ ਸੀ ਉਹਨਾਂ ਨੂੰ ਕਿਸਾਨਾਂ ਉੱਤੇ ਅਤਿਆਚਾਰ ਕਰਨ ਤੋਂ ਰੋਕਿਆ ਗਿਆ ਸੀ। ਹੁਣ ਅਸੀਂ ਕਰਾਂਗੇ ਸ਼ੇਰ ਸ਼ਾਹ ਸੂਰੀ ਦੀਆਂ ਜਿੱਤਾਂ, ਜਿਸ ਦਾ ਬਚਪਨ ਦਾ ਨਾਂ ਫਰੀਦ ਖਾਂ ਸੀ। ਬਿਹਾਰ ਅਤੇ ਚਨਾਰ ਉੱਤੇ ਕਬਜ਼ਾ 1529 ਤੋਂ ਲੈ ਕੇ 1530 ਈਸਵੀ ਤੱਕ। 1529 ਦੇ ਵਿੱਚ ਬਹਾਰ ਖਾਂ ਦੀ ਮੌਤ ਹੋ ਜਾਣ ਤੋਂ ਪਿੱਛੋਂ ਜਿਹੜਾ ਸ਼ੇਰ ਖਾਂ ਸੀ ਉਸ ਦੀ ਵਿਧਵਾ ਬੇਗਮ ਸੀ ਦਾਦੂ ਬੀਬੀ ਦਾ ਵਕੀਲ ਬਣ ਗਿਆ ਸੀ ਅਤੇ ਰਾਜ ਪ੍ਰਬੰਧ ਦਾ ਸਾਰਾ ਕੰਮ ਉਸਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸੀ। ਉਸਨੇ ਸਿਵਲ ਅਤੇ ਫੌਜੀ ਪ੍ਰਬੰਧ ਨੂੰ ਬੜੀ ਯੋਗਤਾ ਨਾਲ ਪੁਨਰਗਠਿਤ ਕੀਤਾ ਸੀ ਅਤੇ ਨਾਲ ਹੀ ਉਸਨੇ ਬਿਹਾਰ ਅਤੇ ਦੇ ਪ੍ਰਸਿੱਧ ਜਿਹੜੇ ਸਰਦਾਰ ਸੀ ਉਹਨਾਂ ਨੂੰ ਉੱਚੀਆਂ ਪਦਵੀਆਂ ਦੇ ਕੇ ਆਪਣੇ ਵੱਲ ਕਰ ਲਿਆ ਸੀ। ਇਸ ਤਰ੍ਹਾਂ ਜੋ ਸ਼ੇਰ ਖਾਂ ਹੈ ਉਸਨੇ ਦਾਦੂ ਬੀਬੀ ਦੇ ਨਾਬਾਲਗ ਪੁੱਤਰ ਜਲਾਲ ਖਾਂ ਤੋਂ ਰਾਜ ਅਧਿਕਾਰ ਖੋਹ ਕੇ ਹੌਲੀ ਹੌਲੀ ਬਿਹਾਰ ਉੱਤੇ ਕਬਜ਼ਾ ਕਰ ਲਿਆ ਸੀ। ਤਾਂ 1530 ਦੇ ਵਿੱਚ ਸ਼ੇਰ ਖਾਂ ਨੇ ਚਨਾਰ ਦੀ ਵਿਧਵਾ ਰਾਣੀ ਲਾਰਡ ਮਲਿਕਾ ਦੇ ਨਾਲ ਵਿਆਹ ਕਰ ਲਿਆ। ਇਸ ਤਰ੍ਹਾਂ ਨਾ ਕੇਵਲ ਚਨਾਰ ਦੇ ਕਿਲ੍ਹੇ ਨੂੰ ਹੀ ਪ੍ਰਾਪਤ ਕਰ ਸਕਿਆ, ਸਗੋਂ ਉਸ ਦੇ ਜਿਹੜੇ ਹੱਥਾਂ ਦੇ ਵਿੱਚ ਚਨਾਰ ਦਾ ਸਾਰਾ ਧਨ ਦੌਲਤ ਸੀ ਉਹ ਵੀ ਸ਼ੇਰ ਸ਼ਾਹ ਸੂਰੀ ਦੇ ਹੱਥ ਦੇ ਵਿੱਚ ਆ ਗਿਆ ਸੀ। ਇਸ ਤਰ੍ਹਾਂ ਜੋ ਸ਼ੇਰ ਸ਼ਾਹ ਸੂਰੀ ਸੀ ਉਸ ਦੀ ਤਾਕਤ ਹੈ ਬਹੁਤ ਵੱਧ ਗਈ ਸੀ। ਇਸੇ ਸਾਲ ਜਿਹੜਾ ਸ਼ੇਰ ਖਾਂ ਸੀ ਉਸਨੇ ਗਾਜ਼ੀਪੁਰ ਦੀ ਅਮੀਰ ਵਿਧਵਾ ਗੌਹਰ ਗੋਸਾਈ ਦੇ ਨਾਲ ਵਿਆਹ ਕਰ ਲਿਆ ਸੀ। ਤਾਂ ਇਸ ਤੋਂ ਬਾਅਦ ਉਸ ਨੂੰ ਲਗਭਗ 300 ਮਣ ਸੋਨਾ ਪ੍ਰਾਪਤ ਹੋਇਆ ਸੀ। ਸੂਰਜਗੜ੍ਹ ਦੀ ਲੜਾਈ 1534 ਦੇ ਵਿੱਚ ਤਾਂ ਜਲਾਲ ਖਾਂ ਸੀ ਜਿਸ ਨੇ ਬਿਹਾਰ ਉੱਤੇ ਰਾਜ ਕਰਨ ਦੇ ਅਸਲੀ ਅਧਿਕਾਰ ਨੂੰ ਸ਼ੇਰ ਖਾਂ ਨੇ ਠੁਕਰਾ ਦਿੱਤਾ ਸੀ। ਉਸ ਤੋਂ ਤਾਂ ਬੰਗਾਲ ਦੇ ਜਿਹੜਾ ਸ਼ਾਸਕ ਸੀ ਮਹਿਮੂਦ ਸ਼ਾਹ ਉਸ ਤੋਂ ਸਹਾਇਤਾ ਮੰਗੀ। ਦੋਹਾਂ ਨੇ ਆਪਣੀਆਂ ਫੌਜਾਂ ਇਕੱਠੀਆਂ ਕੀਤੀਆਂ, ਸ਼ੇਰ ਖਾਂ ਦੀ ਤਾਕਤ ਨੂੰ ਕੁਚਲਣ ਦਾ ਪ੍ਰਣ ਕੀਤਾ ਸੀ। ਅੱਗੇ ਕਿ ਬੰਗਾਲ ਅਤੇ ਰੋਹਤਾਸ਼ ਦੀ ਜਿੱਤ 1536 ਤੋਂ 37 ਤੱਕ। ਜੋ ਬੰਗਾਲ ਦਾ ਹਾਕਮ ਹੈ ਸੁਲਤਾਨ ਮਹਿਮੂਦ ਸ਼ਾਹ ਹੁਣ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ। ਇਸ ਲਈ ਉਸਨੇ ਜੋ ਸ਼ੇਰ ਖਾਂ ਸੀ ਉਸਦੇ ਵਿਰੁੱਧ ਲੜਨ ਲਈ ਤਿਆਰੀਆਂ ਸ਼ੁਰੂ ਕੀਤੀਆਂ ਸੀ। ਪਰ ਜਿਹੜਾ ਸ਼ੇਰ ਖਾਂ ਹੈ ਉਸਨੂੰ ਹਰਾਉਣ ਦੀ ਬਜਾਏ ਉਸਨੂੰ ਤੇਲੀਆ ਗੜ੍ਹੀ ਦੇ ਸਥਾਨ 'ਤੇ 1535 ਈਸਵੀ ਦੇ ਵਿੱਚ ਆਪਣੇ ਦੁਸ਼ਮਣ ਦੇ ਪਾਸੋਂ ਇੱਕ ਹੋਰ ਕਰਾਰੀ ਹਾਰ ਸੀ ਜਿਹੜੀ ਉਹ ਖਾਧੀ ਸੀ। ਅੱਗੇ ਕਿ ਹਮਾਯੂ ਨਾਲ ਟੱਕਰ ਅਤੇ ਚੌਂਸਾ ਦੀ ਲੜਾਈ 1537 ਤੋਂ 39 ਤੱਕ। ਜੋ ਮਹਿਮੂਦ ਸ਼ਾਹ ਨੇ ਹਮਾਯੂ ਨੂੰ ਸਹਾਇਤਾ ਲਈ ਪ੍ਰਾਰਥਨਾ ਕੀਤੀ ਸੀ ਤਾਂ ਜੋ ਮੁਗਲ ਸਮਰਾਟ ਸੀ ਸ਼ੇਰ ਖਾਂ ਉਸ ਦੇ ਵਿਰੁੱਧ ਲੜਨ ਲਈ ਉਕਸਾਇਆ ਸੀ। ਹਮਾਯੂ ਨੇ 1537 ਦੇ ਵਿੱਚ ਸ਼ੇਰ ਖਾਂ ਵਿਰੁੱਧ ਚੜ੍ਹਾਈ ਕਰ ਦਿੱਤੀ ਸੀ। ਤਾਂ ਸਭ ਤੋਂ ਪਹਿਲਾਂ ਮੁਗਲਾਂ ਨੇ ਚਨਾਰ ਦੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ। 6 ਮਹੀਨਿਆਂ ਦੇ ਯਤਨਾਂ ਉਪਰੰਤ ਉਸ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਤਾਂ ਫਿਰ ਉਸ ਤੋਂ ਬਾਅਦ ਸ਼ੇਰ ਖਾਂ ਨੇ ਇੰਨੇ ਚਿਰ ਨੂੰ ਸਾਰਾ ਧਨ ਦੌਲਤ ਜਿਹੜਾ ਗੌੜ ਤੋਂ ਕੱਢ ਲਿਆ ਸੀ ਅਤੇ ਆਪਣੇ ਪਰਿਵਾਰ ਸਹਿਤ ਰੋਹਤਾਸ਼ਗੜ੍ਹ ਦੇ ਕਿਲ੍ਹੇ ਵਿੱਚ ਚਲਾ ਗਿਆ ਸੀ। ਇਹਨਾਂ ਜਿੱਤਾਂ ਤੋਂ ਇਲਾਵਾ ਸ਼ੇਰ ਸ਼ਾਹ ਸੂਰੀ ਨੇ ਹੋਰ ਵੀ ਕਾਫੀ ਜਿੱਤਾਂ ਸੀ ਜਿਹੜੀ ਉਹ ਪ੍ਰਾਪਤ ਕੀਤੀਆਂ ਸੀ। ਤਾਂ ਹੁਣ ਅਸੀਂ ਸ਼ੇਰ ਸ਼ਾਹ ਸੂਰੀ ਦੇ ਕੇਂਦਰੀ ਰਾਜ ਪ੍ਰਬੰਧ ਬਾਰੇ ਗੱਲ ਕਰਾਂਗੇ, ਜਿਸ ਦੇ ਵਿੱਚ ਪਹਿਲਾ ਹੈ ਕਿ ਸੁਲਤਾਨ। ਜੋ ਰਾਜ ਪ੍ਰਬੰਧ ਦਾ ਮੁਖੀ ਸ਼ੇਰ ਸ਼ਾਹ ਸੂਰੀ ਆਪ ਹੀ ਸੀ। ਉਸ ਦੇ ਕੋਲ ਸਾਰੀਆਂ ਸ਼ਕਤੀਆਂ ਸੀ। ਉਹ ਆਪਣੀ ਇੱਛਾ ਦੇ ਅਨੁਸਾਰ ਕਾਨੂੰਨ ਬਣਾਉਂਦਾ, ਉਹਨਾਂ ਨੂੰ ਲਾਗੂ ਕਰਦਾ। ਜੋ ਵਿਅਕਤੀ ਉਹਨਾਂ ਦੇ ਕਾਨੂੰਨਾਂ ਨੂੰ ਤੋੜਦਾ ਸੀ ਜਾਂ ਭੰਗ ਕਰਦਾ ਸੀ ਉਹਨਾਂ ਨੂੰ ਉਹ ਬਹੁਤ ਸਖਤ ਸਜ਼ਾ ਦਿੰਦਾ ਸੀ। ਤਾਂ ਸੈਨਾ ਦਾ ਜਿਹੜਾ ਸਰਵਉੱਚ ਪ੍ਰਧਾਨ ਸੀ ਉਹ ਵੀ ਆਪ ਹੀ ਸੀ। ਸ਼ੇਰ ਸ਼ਾਹ ਨੇ ਬੜੀ ਚਤਰਾਈ ਦੇ ਨਾਲ ਜੋ ਅਫਗਾਨ ਸਰਦਾਰ ਸੀ ਉਹਨਾਂ ਨੂੰ ਆਪਣੇ ਅਧੀਨ ਕੀਤਾ ਸੀ ਅਤੇ ਉਲਮਾ ਨੂੰ ਵੀ ਰਾਜ ਪ੍ਰਬੰਧ ਦੇ ਮਾਮਲਿਆਂ ਵਿੱਚ ਕੋਈ ਦਖਲ ਨਹੀਂ ਦੇਣ ਦਿੱਤਾ ਸੀ। ਪਹਿਲਾ ਸੀ ਸੁਲਤਾਨ, ਦੂਸਰਾ ਹੈ ਮੰਤਰੀ। ਰਾਜ ਪ੍ਰਬੰਧ ਦੇ ਵਿੱਚ ਸੁਲਤਾਨ ਦੀ ਸਹਾਇਤਾ ਕਰਨ ਦੇ ਲਈ ਇੱਕ ਮੰਤਰੀ ਹੁੰਦੇ ਸੀ
ਪ੍ਰਸਿੱਧ ਕੇਂਦਰੀ ਵਿਭਾਗ ਤੇ ਉਹਨਾਂ ਦੇ ਮੰਤਰੀ ਇਹ ਸੀ ਕਿ ਪਹਿਲਾ ਸੀ ਕਿ ਦੀਵਾਨ ਏ ਵਜ਼ਾਰਤ। ਇਹ ਸਭ ਤੋਂ ਪ੍ਰਸਿੱਧ ਵਿਭਾਗ ਸੀ ਜਾਂ ਅਸੀਂ ਮੰਤਰਾਲਾ ਕਹਿ ਸਕਦੇ ਹਾਂ। ਤਾਂ ਇਸ ਦੇ ਸੰਬੰਧੀ, ਇਸ ਵਿਭਾਗ ਦੇ ਸੰਬੰਧੀ ਮੰਤਰੀ ਨੂੰ ਵਜ਼ੀਰ ਕਿਹਾ ਜਾਂਦਾ ਸੀ, ਜਿਹੜਾ ਵਿੱਤ ਸੰਬੰਧੀ ਸਾਰੇ ਕਾਰਜ ਕਰਦਾ ਸੀ। ਰਾਜੇ ਨੂੰ ਰਾਜ ਪ੍ਰਬੰਧ ਮਾਮਲਿਆਂ ਦੇ ਵਿੱਚ ਸਲਾਹ ਦਿੰਦਾ ਸੀ ਅਤੇ ਦੂਸਰੇ ਮੰਤਰੀਆਂ ਦੇ ਕੰਮ ਉੱਤੇ ਨਿਗਰਾਨੀ ਰੱਖਦਾ ਸੀ। ਠੀਕ ਹੈ। ਦੂਸਰਾ ਹੈ ਦੀਵਾਨ ਏ ਅਰਜ਼। ਇਸ ਵਿਭਾਗ ਦੇ ਮੰਤਰੀ ਨੂੰ ਸੈਨਾ ਮੰਤਰੀ ਕਿਹਾ ਜਾਂਦਾ ਸੀ। ਉਸਦੇ ਮੁੱਖ ਕੰਮ ਸੈਨਾ ਨੂੰ ਭਰਤੀ ਕਰਨਾ ਸੀ, ਸੈਨਿਕਾਂ ਨੂੰ ਉਹਨਾਂ ਦਾ ਰਿਕਾਰਡ ਰੱਖਣਾ ਸੀ, ਉਹਨਾਂ ਤੋਂ ਹਥਿਆਰ ਤਿਆਰ ਕਰਵਾਉਣੇ ਸੀ, ਸੈਨਿਕਾਂ ਨੂੰ ਤਨਖਾਹ ਦੇਣਾ ਸੀ, ਤਾਂ ਉਹਨਾਂ ਦਾ ਸਮੇਂ-ਸਮੇਂ ਨਿਰੀਖਣ ਕਰਨਾ ਸੀ। ਠੀਕ ਹੈ। ਅੱਗੇ ਹੈ ਕਿ ਦੀਵਾਨ ਏ ਇੰਸਾ। ਇਹ ਸ਼ਾਹੀ ਲੇਖਾ ਪੱਤਰਾਂ ਦਾ ਵਿਭਾਗ ਸੀ, ਸ਼ਾਹੀ ਲੇਖਾ ਪੱਤਰਾਂ ਦਾ। ਇਸ ਦਾ ਮੰਤਰੀ ਸੀ ਜਿਹੜਾ ਰਾਜੇ ਦੇ ਫਰਮਾਨ ਅਤੇ ਪੱਤਰ ਤਿਆਰ ਕਰਦਾ ਸੀ, ਉਹਨਾਂ ਨੂੰ ਸਥਾਨਕ ਅਧਿਕਾਰੀਆਂ ਤੱਕ ਪਹੁੰਚਾਉਂਦਾ ਸੀ। ਤਾਂ ਸਾਰੇ ਸਰਕਾਰੀ ਰਿਕਾਰਡ ਸੀ ਜਿਹੜੇ ਉਹਨਾਂ ਨੂੰ ਵੀ ਰੱਖਦਾ ਸੀ, ਉਹਨਾਂ ਦੀ ਜ਼ਿੰਮੇਵਾਰੀ ਸਾਰੀ ਇਸ ਦੇ ਸਿਰ 'ਤੇ ਸੀ, ਦੀਵਾਨ ਏ ਇੰਸਾ ਦੇ ਸਿਰ 'ਤੇ। ਠੀਕ ਹੈ। ਦੀਵਾਨ ਏ ਰਸਾਲਤ। ਇਹਨਾਂ ਦਾ ਜੋ ਸੰਬੰਧ ਸੀ ਵਿਦੇਸ਼ੀ ਕਾਰਜਾਂ ਨਾਲ ਸੀ, ਮੰਤਰਾਲਾ ਸੀ ਇਹ ਇਸ ਵਿਭਾਗ ਦੇ ਜਿਹੜੇ ਮੰਤਰੀ ਦੇ ਮੁੱਖ ਕੰਮ ਵਿਦੇਸ਼ੀ ਦਰਬਾਰਾਂ ਦੇ ਵਿੱਚ ਆਪਣੇ ਰਾਜਦੂਤ ਭੇਜਣਾ ਸੀ ਅਤੇ ਉਹਨਾਂ ਦੇ ਰਾਜਦੂਤ ਸਵੀਕਾਰ ਕਰਨਾ ਸੀ। ਜੋ ਵੀ ਇੱਧਰੋਂ ਵਿਦੇਸ਼ ਦੇ ਵਿੱਚ ਰਾਜਦੂਤ ਭੇਜਣੇ ਅਤੇ ਵਿਦੇਸ਼ ਦੇ ਵਿੱਚੋਂ ਆਪਣੇ ਵੱਲ ਆਉਣੇ ਰਾਜਦੂਤ, ਉਹਨਾਂ ਨੂੰ ਸਵੀਕਾਰ ਕਰਨਾ ਸੀ। ਅੱਗੇ ਦੀਵਾਨ ਏ ਕਜ਼ਾ। ਇਸ ਵਿਭਾਗ ਦਾ ਮੰਤਰੀ ਸੀ ਜਿਹੜਾ ਉਹ ਕਾਜ਼ੀ ਹੁੰਦਾ ਸੀ। ਉਹ ਕਾਜ਼ੀਆਂ ਦੀਆਂ ਅਦਾਲਤਾਂ ਵਿੱਚੋਂ ਆਏ ਜੋ ਅਪੀਲ ਸੰਬੰਧੀ ਮੁਕੱਦਮਿਆਂ ਦਾ ਫੈਸਲਾ ਕਰਦਾ ਸੀ ਅਤੇ ਕਾਜ਼ੀਆਂ ਉੱਤੇ ਜੋ ਕੰਮ ਸੀ ਉਹਨਾਂ ਦੀ ਨਿਗਰਾਨੀ ਰੱਖਦਾ ਸੀ, ਦੇਖਭਾਲ ਕਰਦਾ ਸੀ। ਅੱਗੇ ਦੀਵਾਨ ਏ ਬਰੀਦ। ਇਸ ਵਿਭਾਗ ਦਾ ਜਿਹੜਾ ਮੰਤਰੀ ਬਰੀਦ ਏ ਮਮਾਲਿਕ, ਜਾਸੂਸਾਂ ਦਾ ਮੁਖੀ ਹੁੰਦਾ ਸੀ, ਜਾਸੂਸ। ਸੁਲਤਾਨ ਨੂੰ ਸਾਮਰਾਜ ਦੇ ਵੱਖ-ਵੱਖ ਭਾਗਾਂ ਦੀਆਂ ਖਬਰਾਂ ਭੇਜਦਾ ਸੀ। ਉਸ ਦੇ ਅਧੀਨ ਬਹੁਤ ਸਾਰੇ ਜਾਸੂਸ ਲੇਖਕ ਹੁੰਦੇ ਸੀ ਜੋ ਸ਼ਾਹੀ ਡਾਕ ਨੂੰ ਵੱਖ-ਵੱਖ ਥਾਵਾਂ 'ਤੇ ਪਹੁੰਚਾਉਣ ਦਾ ਵੀ ਕੰਮ ਉਹ ਜਾਂ ਪ੍ਰਬੰਧ ਆਪ ਹੀ ਕਰਦਾ ਸੀ। ਠੀਕ ਹੈ। ਇਸ ਤੋਂ ਬਿਨਾਂ ਕੀ ਸੀ, ਜਿਹੜੇ ਉਹ ਮੰਤਰੀਆਂ ਤੋਂ ਬਿਨਾਂ ਇੱਕ ਰਾਜ ਮਹਿਲ ਕਾਰਜਾਂ ਦਾ ਮੰਤਰੀ ਵੀ ਹੁੰਦਾ ਸੀ। ਇਹ ਸਾਰੇ ਮੰਤਰੀ ਸੀ ਜਿਹੜੇ ਪੂਰਨ ਰੂਪ ਦੇ ਵਿੱਚ ਰਾਜੇ ਦੇ ਅਧੀਨ ਹੁੰਦੇ ਸੀ, ਰਾਜੇ ਦੇ ਅੰਡਰ ਸਾਰੇ ਇਹ ਕੰਮ ਕਰਦੇ ਸੀ। ਜਿਵੇਂ ਰਾਜਾ ਹੁਕਮ ਕਰਦਾ ਸੀ ਤਾਂ ਉਵੇਂ ਹੀ ਇਹਨਾਂ ਨੂੰ ਕੰਮ ਹੈ ਜਿਹੜਾ ਉਹ ਆਪਣਾ ਕਰਨਾ ਪੈਂਦਾ ਸੀ। ਤਾਂ ਉਹਨਾਂ ਦੀ ਸਥਿਤੀ ਜਿਹੜੀ ਮੰਤਰੀਆਂ ਦੀ ਨਹੀਂ ਸੀ, ਇਸ ਲਈ ਉਹਨਾਂ ਦੇ ਸਕੱਤਰਾਂ ਦੇ ਸਮਾਨ ਸੀ। ਠੀਕ ਹੈ। ਉਹਨਾਂ ਦੀ ਨਿਯੁਕਤੀ ਹੈ ਜਿਹੜੀ ਰਾਜਾ ਆਪ ਕਰਦਾ ਸੀ ਅਤੇ ਉਹ ਕਿਸੇ ਨੂੰ ਵੀ ਪਦ ਤੋਂ ਜਿਹੜਾ ਪਦਵੀ ਤੋਂ ਹਟਾ ਸਕਦਾ ਸੀ, ਤਾਂ ਕਿਸੇ ਨੂੰ ਵੀ ਇੱਕ ਪਦਵੀ ਤੋਂ ਦੂਜੀ ਪਦਵੀ ਤੱਕ ਉਹ ਬਦਲ ਸਕਦਾ ਸੀ। ਇਹ ਸੀ ਸ਼ੇਰ ਸ਼ਾਹ ਸੂਰੀ ਦੀਆਂ ਜਿੱਤਾਂ ਅਤੇ ਉਹਨਾਂ ਦਾ ਕਾਰਜ ਪ੍ਰਬੰਧ। ਧੰਨਵਾਦ।